ਸਿੱਖ ਇਤਿਹਾਸ ਜਦੋਂ ਵੀ ਆਪਾਂ ਇਸ ਬਾਰੇ ਸੋਚਦੇ ਹਾਂ ਤਾਂ ਬਹਾਦਰੀ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਨੇ, ਪਰ ਕੁਝ ਕਹਾਣੀਆਂ ਉਹ ਕਿਤੇ ਨਾ ਕਿਤੇ ਸਮੇਂ ਦੀ ਧੂੜ ਵਿੱਚ ਗੁਆਚ ਜਾਂਦੀਆਂ ਨੇ। ਅੱਜ ਆਪਾਂ ਗੱਲ ਕਰਾਂਗੇ ਇੱਕ ਅਜਿਹੀ ਹੀ ਵੀਰਾਂਗਨਾ ਦੀ ਜਿਸ ਦੀ ਹਿੰਮਤ ਨੇ ਸੱਚੀ ਜ਼ੁਲਮ ਦੇ ਅੰਧੇਰੇ ਨੂੰ ਚੀਰ ਕੇ ਰੱਖ ਦਿੱਤਾ। ਇਹ ਕਹਾਣੀ ਹੈ ਬੀਬੀ ਸ਼ਰਨ ਕੌਰ ਦੀ, ਜਿਨ੍ਹਾਂ ਨੂੰ ਚਮਕੌਰ ਦੀ ਜਵਾਲਾ ਵੀ ਕਿਹਾ ਜਾਂਦਾ ਹੈ। ਉਹ ਬਲੀਦਾਨ ਜੋ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਸਹੀ ਮਾਣਿਆਂ ਵਿੱਚ ਨਾ ਇਹ ਲਾਈਨ ਇਸ ਪੂਰੀ ਕਹਾਣੀ ਦੀ ਰੂਹ ਹੈ। ਇਹ ਸਾਨੂੰ ਯਾਦ ਕਰਾਉਂਦੀ ਹੈ ਕਿ ਕੁਝ ਕੁਰਬਾਨੀਆਂ ਇੰਨੀਆਂ ਵੱਡੀਆਂ ਹੁੰਦੀਆਂ ਨੇ, ਇੰਨੀਆਂ ਮਹਾਨ ਕਿ ਉਹਨਾਂ ਨੂੰ ਭੁਲਾਉਣਾ ਉਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਚਲੋ ਫਿਰ ਇਸੇ ਕੁਰਬਾਨੀ ਦੀ ਕਹਾਣੀ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝਦੇ ਹਾਂ। ਤਾਂ ਗੱਲ ਸ਼ੁਰੂ ਹੁੰਦੀ ਹੈ ਚਮਕੌਰ ਦੀ ਜੰਗ ਤੋਂ ਠੀਕ ਬਾਅਦ ਦੇ ਸਮੇਂ ਤੋਂ। ਸੋਚ ਕੇ ਦੇਖੋ, ਇੱਕ ਅਜਿਹਾ ਮਾਹੌਲ ਜਿੱਥੇ ਹਰ ਪਾਸੇ ਸਿਰਫ ਡਰ, ਨਿਰਾਸ਼ਾ, ਇੱਕ ਡੂੰਘਾ ਹਨੇਰਾ ਛਾਇਆ ਹੋਇਆ ਸੀ। ਜਿੱਤ ਤੋਂ ਬਾਅਦ ਮੁਗਲ ਫੌਜਾਂ ਨੇ ਤਾਂ ਦਹਿਸ਼ਤ ਦਾ ਮਾਹੌਲ ਬਣਾਉਣ ਵਿੱਚ ਕੋਈ ਕਸਰ ਹੀ ਨਹੀਂ ਛੱਡੀ। ਉਹਨਾਂ ਨੇ ਕੀ ਕੀਤਾ? ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਦੀਆਂ ਝੂਠੀਆਂ ਖਬਰਾਂ ਫੈਲਾ ਦਿੱਤੀਆਂ। ਫਿਰ ਲੋਕਾਂ ਵਿੱਚ ਹੋਰ ਡਰ ਪੈਦਾ ਕਰਨ ਲਈ ਭਾਈ ਸੰਗਤ ਸਿੰਘ ਜੀ ਦਾ ਕੱਟਿਆ ਹੋਇਆ ਸਿਰ ਪਿੰਡ-ਪਿੰਡ ਘੁਮਾਇਆ। ਪਰ ਸਭ ਤੋਂ ਵੱਡਾ ਜ਼ੁਲਮ ਉਹ ਸੀ ਉਹਨਾਂ ਦਾ ਹੁਕਮ ਕਿ ਕੋਈ ਵੀ ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਨਹੀਂ ਕਰੇਗਾ। ਉਤੋਂ ਫੌਜੀ ਪਿੰਡਾਂ ਵਿੱਚ ਗਸ਼ਤ ਕਰ ਰਹੇ ਸਨ ਤਾਂ ਕਿ ਕੋਈ ਹਿੰਮਤ ਹੀ ਨਾ ਕਰ ਸਕੇ। ਮਤਲਬ ਪੂਰੀ ਤਰ੍ਹਾਂ ਨਾਲ ਲੋਕਾਂ ਨੂੰ ਡਰਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼। ਪਰ ਇਸੇ ਡੂੰਘੇ ਹਨੇਰੇ 'ਚ, ਇਸੇ ਚੁੱਪ ਦੇ ਵਿੱਚ ਇੱਕ ਆਵਾਜ਼ ਉੱਠੀ, ਇੱਕ ਧੀ ਦੀ ਆਵਾਜ਼, ਜਿਸ ਨੇ ਫੈਸਲਾ ਕੀਤਾ ਕਿ ਉਹ ਇਸ ਜ਼ੁਲਮ ਅੱਗੇ ਝੁਕੇਗੀ ਨਹੀਂ, ਸਗੋਂ ਇਸ ਦੇ ਖਿਲਾਫ ਖੜੀ ਹੋਵੇਗੀ। ਅਤੇ ਜਿਸ ਨੇ ਇਹ ਹਿੰਮਤ ਦਿਖਾਈ, ਉਸ ਦੀ ਉਮਰ ਜਾਣ ਕੇ ਤਾਂ ਕੋਈ ਵੀ ਹੈਰਾਨ ਰਹਿ ਜਾਵੇਗਾ। ਸਿਰਫ 16 ਸਾਲ। ਸੋਚੋ, ਸਿਰਫ 16 ਸਾਲ। ਉਹ ਉਮਰ ਜਦੋਂ ਆਪਾਂ ਦੁਨੀਆ ਨੂੰ ਠੀਕ ਤਰ੍ਹਾਂ ਸਮਝਣਾ ਸ਼ੁਰੂ ਹੀ ਕਰਦੇ ਹਾਂ। ਉਸ ਉਮਰ ਵਿੱਚ ਉਸ ਕੁੜੀ ਨੇ ਇਤਿਹਾਸ ਬਦਲਣ ਦਾ ਫੈਸਲਾ ਕਰ ਲਿਆ। ਇਹ ਸੀ ਬੀਬੀ ਸ਼ਰਨ ਕੌਰ, ਖਰੌਂਡ ਪਿੰਡ ਦੀ ਰਹਿਣ ਵਾਲੀ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਰੂਹਾਨੀ ਪਿਤਾ ਮੰਨਦੀ ਸੀ ਅਤੇ ਇਸੇ ਅਟੁੱਟ ਸ਼ਰਧਾ, ਇਸੇ ਵਿਸ਼ਵਾਸ ਨੇ ਉਸ ਨੂੰ ਇਸ ਖਤਰਨਾਕ ਕੰਮ ਲਈ ਹਿੰਮਤ ਦਿੱਤੀ। ਇਹ ਸਿਰਫ ਇੱਕ ਧਾਰਮਿਕ ਫਰਜ਼ ਦੀ ਗੱਲ ਨਹੀਂ ਸੀ, ਇਹ ਤਾਂ ਆਪਣੇ ਪਿਤਾ ਦੇ ਸ਼ਹੀਦ ਹੋਏ ਪੁੱਤਰਾਂ, ਮਤਲਬ ਆਪਣੇ ਭਰਾਵਾਂ ਲਈ ਇੱਕ ਧੀ ਦਾ ਪਿਆਰ ਸੀ, ਇੱਕ ਫਰਜ਼ ਸੀ। ਪਰ ਇੰਨਾ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਉਹ ਆਪਣੀ ਮਾਂ ਕੋਲ ਗਈ, ਉਹਨਾਂ ਤੋਂ ਆਗਿਆ ਮੰਗੀ। ਦੇਖੋ, ਇਹ ਕਿੰਨੀ ਖੂਬਸੂਰਤ ਗੱਲ ਹੈ ਕਿ ਇੱਕ ਇੰਨਾ ਵੱਡਾ ਇਤਿਹਾਸਿਕ ਕੰਮ, ਉਸ ਦੀ ਸ਼ੁਰੂਆਤ ਇੱਕ ਬਹੁਤ ਹੀ ਨਿੱਜੀ ਮਾਂ-ਧੀ ਦੀ ਗੱਲਬਾਤ ਨਾਲ ਹੋਈ ਤੇ ਬਸ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਉਹ ਆਪਣੇ ਮਿਸ਼ਨ ਲਈ ਨਿਕਲ ਪਈ। ਚਲੋ ਹੁਣ ਕਹਾਣੀ ਦੇ ਉਸ ਹਿੱਸੇ ਤੇ ਚੱਲਦੇ ਹਾਂ ਜਿੱਥੇ ਬੀਬੀ ਸ਼ਰਨ ਕੌਰ ਆਪਣੀ ਜਾਨ ਦੀ ਬਿਲਕੁਲ ਪਰਵਾਹ ਕੀਤੇ ਬਿਨਾਂ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਸਿੱਧਾ ਜੰਗ ਦੇ ਮੈਦਾਨ ਵਿੱਚ ਪਹੁੰਚ ਜਾਂਦੀ ਹੈ। ਜਦੋਂ ਰਾਤ ਦੇ ਕੁੱਪ ਹਨੇਰੇ ਵਿੱਚ ਚਮਕੌਰ ਪਹੁੰਚੀ ਤਾਂ ਉੱਥੇ ਦਾ ਮਾਹੌਲ ਬਸ ਸੋਚ ਕੇ ਦੇਖੋ, ਇੱਕ ਭਿਆਨਕ ਡਰਾਉਣੀ ਚੁੱਪ ਨੇ ਉਸ ਨੂੰ ਘੇਰ ਲਿਆ। ਹਵਾ 'ਚ ਸਿਰਫ ਮੌਤ ਦੀ ਖਾਮੋਸ਼ੀ ਸੀ। ਉਹੀ ਜਗ੍ਹਾ ਜਿੱਥੇ ਕੁਝ ਘੰਟੇ ਪਹਿਲਾਂ ਤਲਵਾਰਾਂ ਖੜਕ ਰਹੀਆਂ ਸਨ, ਜੈਕਾਰੇ ਗੂੰਜ ਰਹੇ ਸਨ, ਹੁਣ ਉੱਥੇ ਸਿਰਫ ਸੁਨਸਾਨ ਸੀ। ਉੱਥੇ ਦਾ ਨਜ਼ਾਰਾ ਤਾਂ ਸੱਚੀ ਦਿਲ ਦਹਿਲਾਨ ਵਾਲਾ ਸੀ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ। ਤਾਂ ਬੀਬੀ ਸ਼ਰਨ ਕੌਰ ਨੇ ਕੀ ਕੀਤਾ? ਉਸਨੇ ਇੱਕ-ਇੱਕ ਕਰਕੇ ਸਿੱਖ ਸ਼ਹੀਦਾਂ ਦੀਆਂ ਦੇਹਾਂ ਨੂੰ ਲੱਭਣਾ ਸ਼ੁਰੂ ਕੀਤਾ। ਜਦੋਂ ਵੀ ਉਸਨੂੰ ਆਪਣੇ ਕਿਸੇ ਵੀਰ ਦੀ ਦੇਹ ਮਿਲਦੀ, ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰਦੇ। ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ। ਸਾਰੀਆਂ ਦੇਹਾਂ ਨੂੰ ਇਕੱਠਾ ਕੀਤਾ, ਨੇੜੇ ਤੋਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਇੱਕ ਵੱਡੀ ਚਿਖਾ ਤਿਆਰ ਕੀਤੀ ਤਾਂ ਕਿ ਉਹ ਆਪਣੇ ਸਾਰੇ ਵੀਰਾਂ ਨੂੰ ਇੱਕ ਸਨਮਾਨਜਨਕ ਵਿਦਾਈ ਦੇ ਸਕੇ। ਅਤੇ ਇੱਥੇ ਇਸੇ ਥਾਂ ਤੇ ਉਸ ਦਾ ਇਹ ਨਿੱਜੀ ਸ਼ਰਧਾ ਵਾਲਾ ਕੰਮ ਜ਼ੁਲਮ ਦੇ ਖਿਲਾਫ ਇੱਕ ਬਹੁਤ ਵੱਡਾ, ਇੱਕ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ। ਜਦੋਂ ਉਸਨੇ ਚਿਖਾ ਨੂੰ ਅੱਗ ਲਾਈ ਤਾਂ ਅੱਗ ਦੀਆਂ ਲਪਟਾਂ ਉਹ ਇੰਨੀਆਂ ਉੱਚੀਆਂ ਉੱਠੀਆਂ ਕਿ ਦੂਰੋਂ ਹੀ ਦੁਸ਼ਮਣ ਸਿਪਾਹੀਆਂ ਨੂੰ ਦਿਸਣ ਲੱਗ ਪਈਆਂ। ਇਹ ਸਿਰਫ ਇੱਕ ਚਿਖਾ ਦੀ ਅੱਗ ਨਹੀਂ ਸੀ, ਇਹ ਤਾਂ ਜ਼ੁਲਮ ਦੇ ਖਿਲਾਫ ਹਿੰਮਤ ਦੀ, ਬਹਾਦਰੀ ਦੀ ਜਵਾਲਾ ਸੀ। ਅੱਗ ਦੇ ਕੇ ਸਿਪਾਹੀ ਘਬਰਾ ਗਏ ਤੇ ਭੱਜੇ ਉਸ ਪਾਸੇ ਆਏ। ਪਰ ਜਦੋਂ ਉਹ ਉੱਥੇ ਪਹੁੰਚੇ ਤਾਂ ਜੋ ਉਹਨਾਂ ਨੇ ਦੇਖਿਆ ਉਹ ਹੈਰਾਨ ਕਰਨ ਵਾਲਾ ਸੀ। ਉੱਥੇ ਬੀਬੀ ਸ਼ਰਨ ਕੌਰ ਬਿਲਕੁਲ ਸ਼ਾਂਤ ਚਿਖਾ ਦੇ ਕੋਲ ਬੈਠੀ ਕੀਰਤਨ ਸੋਹਿਲਾ ਦਾ ਪਾਠ ਕਰ ਰਹੀ ਸੀ। ਉਸਦੇ ਚਿਹਰੇ ਤੇ ਡਰ ਦਾ ਰੱਤੀ ਪਰ ਵੀ ਨਿਸ਼ਾਨ ਨਹੀਂ ਸੀ। ਜਦੋਂ ਸਿਪਾਹੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬੀਬੀ ਸ਼ਰਨ ਕੌਰ ਨੇ ਇੱਕ ਸ਼ੇਰਨੀ ਵਾਂਗ ਉਹਨਾਂ ਦਾ ਮੁਕਾਬਲਾ ਕੀਤਾ। ਉਸਨੇ ਆਪਣੀ ਤਲਵਾਰ ਕੱਢੀ, ਉਹਨਾਂ ਤੇ ਹਮਲਾ ਕੀਤਾ ਤੇ ਬਹਾਦਰੀ ਨਾਲ ਲੜੀ। ਕਹਿੰਦੇ ਨੇ ਉਸਨੇ ਕਈ ਸਿਪਾਹੀਆਂ ਨੂੰ ਮਾਰ ਦਿੱਤਾ, ਪਰ ਆਖਿਰਕਾਰ ਦੁਸ਼ਮਣਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਉਹ ਇਕੱਲੀ ਲੜਦੀ ਸ਼ਹੀਦੀ ਪਾ ਗਈ। ਅਤੇ ਫਿਰ ਉਹਨਾਂ ਜ਼ਾਲਮ ਸਿਪਾਹੀਆਂ ਨੇ ਉਸ ਦੀ ਦੇਹ ਨੂੰ ਉਸੇ ਚਿਖਾ ਤੇ ਸੁੱਟ ਦਿੱਤਾ। ਉਹੀ ਚਿਖਾ ਜੋ ਉਸਨੇ ਆਪਣੇ ਸ਼ਹੀਦ ਭਰਾਵਾਂ ਲਈ ਬਣਾਈ ਸੀ। ਤੇ ਇਸ ਤਰ੍ਹਾਂ ਉਹ ਉਸੇ ਅੱਗ ਵਿੱਚ ਅਮਰ ਹੋ ਗਈ ਜਿਸ ਨੂੰ ਉਸਨੇ ਸਨਮਾਨ ਅਤੇ ਜ਼ੁਲਮ ਦੇ ਖਿਲਾਫ ਵਿਰੋਧ ਦਾ ਪ੍ਰਤੀਕ ਬਣਾ ਕੇ ਜਗਾਇਆ ਸੀ। ਸੋ ਬੀਬੀ ਸ਼ਰਨ ਕੌਰ ਦੀ ਇਹ ਕਹਾਣੀ ਸਾਡੇ ਸਾਰਿਆਂ ਲਈ ਇੱਕ ਸਵਾਲ ਛੱਡ ਜਾਂਦੀ ਹੈ।
ਇੱਕ ਇਨਸਾਨ ਦੀ ਹਿੰਮਤ ਆਖਿਰ ਕਿੰਨਾ ਹਨੇਰਾ ਮਿਟਾ ਸਕਦੀ ਹੈ। ਉਹਨਾਂ ਦਾ ਇਹ ਬਲੀਦਾਨ ਸਾਨੂੰ ਯਾਦ ਕਰਾਉਂਦਾ ਹੈ ਕਿ ਔਖੇ ਤੋਂ ਔਖੇ ਸਮੇਂ ਵਿੱਚ ਵੀ ਨਾ ਇੱਕ ਛੋਟੀ ਜਿਹੀ ਚਿੰਗਿਆੜੀ ਵੀ ਜ਼ੁਲਮ ਦੇ ਪੂਰੇ ਹਨੇਰੇ ਨੂੰ ਚੁਣੌਤੀ ਦੇ ਸਕਦੀ ਹੈ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚ ਅਤੇ ਹੱਕ ਲਈ ਖੜੇ ਹੋਣਾ ਕਦੇ ਵੀ ਬੇਕਾਰ ਨਹੀਂ ਜਾਂਦਾ, ਭਾਵੇਂ ਇਸ ਦੀ ਕੀਮਤ ਸਾਨੂੰ ਆਪਣੀ ਜਾਨ ਦੇ ਕੇ ਹੀ क्यों ना चुकानी पवे। लाइक करें, शेयर करें, सब्सक्राइब करें, इससे हमको मोटिवेशन मिलती है। वाहेगुरु जी का खालसा, वाहेगुरु जी की फतेह।